प्यारे किसान वीरो, अज असीं पहुंचे हां जिला जलंधर के ब्लॉक रुड़का कलां दे विच। पिंड है बंडाला। खेतां दे विच किसान खेत स्कूल साउणी दीआं फसलां संबंधी जानकारी देण लई खेतीबाड़ी विभाग ने लगाया होया। सो इहदे विच खेतीबाड़ी यूनीवर्सिटी दे माहर, खेतीबाड़ी महकमे दे माहर ते किसान वीर पिंड दे बहुत सारे इकट्ठे होए होए ने। आपां इन्हां नाल गलबात करनी है कि खेत स्कूल दा इन्हां नूं की फायदा है। सो आपां सब तो पहलां तुहाडी मैं इंट्रोडक्शन कराउणा। मेरे नाल खड़े ने डॉक्टर संजीव जी, जिहड़े कीट विग्यानी ने कृषि विग्यान केंद्र नूरमहल तो। नाल ही ने डॉक्टर रितु राज जी, जिहड़े बिमारियां दे माहर ने कृषि विग्यान केंद्र नूरमहल तो। इन्हां दे नाल ही खड़े ने डॉक्टर अमनदीप जी, खेतीबाड़ी विकास अफसर ने। नाल ही खड़े ने डॉक्टर अनीश जी, जिहड़े खेतीबाड़ी विकास अफसर ने। नाल ही पिंड दे बहुत सारे पतवंते सज्जण इस खेत स्कूल दे विच आए होए ने। सब तो पहलां आपां अज इस खेत स्कूल संबंधी गलबात करांगे। सो सब तो पहलां आपां गल करांगे डॉक्टर संजीव जी ने, कीट विग्यानी, कि इस वेले जे आपां गल करिए झोने की फसल के उत्ते किहड़ी कीड़े का हमला हो सकदा आउण वाले समय दे विच, जां इस वेले की देखण नूं मिलदा खेतां दे विच। डॉक्टर साहब, जिवें कि तुसीं पहलां दस्सिआ कि अज असीं फार्म स्कूल जिहड़ा हैगा ਉਹ ਇੱਥੇ लगा रहे हैं, तो ਇਹਦਾ ਮੇਨ ਮਕਸਦ ਇਹੀ ਹੈ ਵੀ ਅਸੀਂ ਜਿਹੜਾ ਫਿਜ਼ੀਕਲੀ ਮਤਲਬ ਪ੍ਰੈਕਟੀਕਲੀ ਜਿਹੜਾ ਹੈਗਾ ਕਿਸਾਨ ਨੂੰ ਦਸੀਏ ਵੀ ਉਹਦੇ ਵਿੱਚ ਯਾਨੀ ਕਿ ਕਿਹੜੀਆਂ ਨਿਸ਼ਾਨੀਆਂ ਆ ਰਹੀਆਂ ਨੇ, ਵੀ ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੀੜੇ ਦਾ ਹਮਲਾ ਹੋਇਆ। ਜਿਵੇਂ ਕਿ ਹੁਣ ਅਸੀਂ ਪਿਛਲੇ ਹਫਤੇ ਤੋਂ ਵੀ ਸਰਵੇ ਕੀਤਾ ਸੀਗਾ, ਉਹਦੇ ਵਿੱਚ ਬਹੁਤਾ ਝੋਨਾ ਜਿਹੜਾ ਠੀਕ ਖੜਾ, ਕੁਛ ਥਾਵਾਂ 'ਤੇ ਜਿਹੜਾ ਹੈਗਾ ਉਹ ਪੱਤਾ ਲਪੇਟ ਸੁੰਡੀ ਜਿਹੜੀ ਆ ਉਹਦਾ ਹਮਲਾ ਹੈ, ਅਤੇ ਇੱਕਾ ਦੁੱਕਾ ਜਗ੍ਹਾ 'ਤੇ ਜਿਹੜਾ ਹੈਗਾ ਉਹ ਜਿਹੜਾ ਆਪਣਾ ਗੋਭ ਦੀ ਸੁੰਡੀ ਹੈ ਉਹਦਾ ਹਮਲਾ ਵੀ ਦਿਖਾਇਆ ਗਿਆ। ਪਰ ਸਾਰਾ ਕੁਛ ਜਿਹੜਾ ਹਜੇ ਤੱਕ ਹੈਗਾ ਉਹ ਆਰਥਿਕ ਗਾਰ ਤੋਂ ਥੱਲੇ ਹੈ। ਸੋ ਇਸ ਤੋਂ ਇਲਾਵਾ ਜਿਹੜਾ ਅੱਗੇ ਆਉਣ ਵਾਲਾ ਟਾਈਮ ਹੈ, ਜਿੱਦਾਂ ਕਿ ਹੁਣ ਹਿਊਮਿਡਿਟੀ ਬਹੁਤ ਜ਼ਿਆਦਾ ਹੈ, ਬਿਲਕੁਲ ਜੀ, ਅਤੇ ਉਹਦੇ ਵਿੱਚ ਇਹ ਆ ਵੀ ਜਿੱਥੇ ਤਾਂ ਸਾਡੀਆਂ ਸਿਫਾਰਿਸ਼ ਕੀਤੀਆਂ ਹੋਈਆਂ ਜਿਹੜੀਆਂ ਕਿਸਮਾਂ ਆਪਾਂ ਲਾਈਆਂ ਨੇ, ਉਹ ਜਾਣੀ ਕਿ ਕੋਈ ਵੀ ਬਿਮਾਰੀ ਵੀ ਆਊਗੀ ਉਹਦਾ ਟਾਕਰਾ ਕਰੂਗੀ, ਉਹਦੇ ਬਾਰੇ ਮੈਡਮ ਰਿਤੂ ਰਾਜ ਗੱਲ ਕਰਨਗੇ। ਸੋ ਇਸੇ ਤਰ੍ਹਾਂ ਜਿਹੜੇ ਕੀੜੇ ਮਕੌੜੇ ਆ ਉਹਨਾਂ ਦੇ ਵਿੱਚ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਜਿਹਨਾਂ ਜਾਣੀ ਕਿ ਜਿਹੜਾ ਜੇ ਮੈਂ ਕਿਸਾਨੀ ਗੱਲ ਕਰਾਂ ਤਾਂ ਉਹ ਤੇਲਾ ਕਹਿੰਦੇ ਆ, ਅਸੀਂ ਉਹਨੂੰ ਟਿੱਡਾ ਕਹਿੰਦੇ ਹਾਂ। ਜਿਹੜਾ ਟਿੱਡਾ ਉਹਦਾ ਜਾਣੀ ਕਿ ਆਉਣ ਦਾ ਖਸਦਾ ਜਿਹੜਾ ਹੈਗਾ ਉਹ ਵੀ ਆ ਸਕਦਾ। ਸੋ ਇਹਦੇ 'ਚ ਡਰਨ ਦੀ ਕੋਈ ਲੋੜ ਨਹੀਂ ਹੈ, ਸੁਚੇਤ ਰਹਿਣ ਦੀ ਲੋੜ ਹੈ। ਬਾਕੀ ਜਿਹੜਾ ਹੈਗਾ ਵੀ ਆਪਾਂ ਉਹਨਾਂ ਨੂੰ ਕਿੱਦਾਂ ਉਹਦੀ ਰੋਕਥਾਮ ਕਰਨੀ, ਉਹਦੇ ਲਈ ਜਿਹੜੀ ਯੂਨੀਵਰਸਿਟੀ ਤੋਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਦਿੱਤੀਆਂ ਹੋਈਆਂ ਨੇ, ਉਹ ਜਿੱਦਾਂ ਅਸੀਂ ਪ੍ਰੈਕਟੀਕਲ ਕਰਾਂਗੇ ਉਹਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਦੱਸੀ ਜਾਵਾਂਗੇ। ਬਾਕੀ ਸਾਡੇ ਵਿਚਕਾਰ ਕਿਸਾਨ ਵੀਰ ਨੇ, ਇਹਨਾਂ ਤੋਂ ਅਸੀਂ ਸਾਰੀ ਗੱਲਬਾਤ ਪੁੱਛਾਂਗੇ ਕਿ ਇਸ ਵੇਲੇ ਉਹਨਾਂ ਨੂੰ ਕਿਹੋ ਜਿਹੀ ਦਿੱਕਤ ਪੇਸ਼ ਆ ਰਹੀ ਆ। ਉਸ ਤੋਂ ਪਹਿਲਾਂ ਡਾਕਟਰ ਰਿਤੂ ਰਾਜ ਜੀ, ਬਿਮਾਰੀਆਂ ਸੰਬੰਧੀ ਗੱਲਬਾਤ ਪੁੱਛਦੇ ਹਾਂ ਵੀ ਕੋਈ ਆਉਣ ਦਾ ਖਦਸ਼ਾ। ਜੇ ਆਪਾਂ ਝੋਨੇ ਦੀ ਗੱਲ ਕਰੀਏ, ਜਿਵੇਂ ਤੁਸੀਂ ਡਾਕਟਰ ਸਾਹਿਬ ਨੇ ਵੀ ਇਹ ਚੀਜ਼ ਦੱਸੀ ਆ ਵੀ ਹੁਣ ਆਪਣਾ ਝੋਨਾ ਬਹੁਤ ਵਧੀਆ ਖੜਾ ਹੈ, ਬਟ ਫਿਰ ਵੀ ਜਿਹੜੀਆਂ ਬਿਮਾਰੀਆਂ ਦਾ ਹਮਲੇ ਦੇ ਜੇ ਪ੍ਰਤੀ ਅਸੀਂ ਗੱਲ ਕਰੀਏ, ਜਿਹੜੀ ਸ਼ੀਥ ਬਲਾਈਟ ਦੀ ਸਮੱਸਿਆ ਹੈ ਇਹ ਕਿਤੇ ਕਿਤੇ ਦੇਖਣ 'ਚ ਮਿਲੀ ਹੈ, ਅਤੇ ਹਮੇਸ਼ਾ ਧੋੜੀਆਂ ਦੇ ਵਿੱਚ ਹੀ ਆਪਾਂ ਦੇਖੀ ਹੈ ਵੀ ਇਹਦਾ ਹਮਲਾ ਜਿਹੜਾ ਹੁੰਦਾ ਥੱਲਿਓਂ ਤੁਰਦੀ ਹੈ। ਉਹਨੂੰ ਪੂਰੇ ਡਿਟੇਲ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰੈਕਟੀਕਲੀ ਇੱਥੇ ਖੱਤੇ ਦੇ ਵਿੱਚ ਦੱਸਾਂਗੇ ਵੀ ਉਹਨੂੰ ਕਿਵੇਂ ਆਪਾਂ ਉਹਦੀ ਰੋਕਥਾਮ ਕਰ ਸਕਦੇ ਹਾਂ। ਕਿਸੇ ਵੀ ਬਿਮਾਰੀ ਦੇ ਲਈ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ। ਚੰਗੇ ਤਰੀਕੇ ਨਾਲ ਪਹਿਲਾਂ ਉਹਦੀ ਪਹਿਚਾਣ ਕਰ ਲਈਏ, ਉਹਦੇ ਕਿੱਦਾਂ ਦੇ ਲੱਛਣ ਨੇ, ਅਤੇ ਆਪਾਂ ਉਸ ਤੋਂ ਬਾਅਦ ਜਿਹੜੀਆਂ ਸਿਫਾਰਿਸ਼ ਕੀਤੀਆਂ ਗਈਆਂ ਦਵਾਈਆਂ ਨੇ, ਭਾਵੇਂ ਉਹਦੇ ਵਿੱਚ ਯੂਨੀਵਰਸਿਟੀ ਜਿਹੜੀ ਹੈ ਕਦੇ ਵੀ ਇੱਕ ਦਵਾਈ ਨਹੀਂ, ਕੋਸ਼ਿਸ਼ ਹੁੰਦੀ ਹੈ ਵੀ 3-4 ਦਵਾਈਆਂ ਦੱਸਦੇ ਆ, ਜਿਹੜੀ ਤੁਹਾਨੂੰ ਜਿੱਥੇ ਵਧੀਆ ਅਵੇਲੇਬਲ ਹੁੰਦੀ ਹੈ ਤੁਸੀਂ ਉਹਦੇ ਨਾਲ ਚੰਗੇ ਤਰੀਕੇ ਨਾਲ ਛਿੜਕਾਅ ਕਰੋ, ਤਾਂ ਜੋ ਅਸੀਂ ਉਹਦੀ ਚੰਗੇ ਤਰੀਕੇ ਨਾਲ ਮੈਨੇਜਮੈਂਟ ਜਿਹੜੀ ਉਹ ਕਰ ਸਕੀਏ। ਇਹ ਬਿਮਾਰੀ ਹਮੇਸ਼ਾ ਧੋੜੀਆਂ ਦੇ ਵਿੱਚ ਥੱਲਿਓਂ ਸ਼ੁਰੂ ਹੁੰਦੀ ਆ, ਅਤੇ ਜਿਹੜੀ ਸ਼ੀਥ ਬਲਾਈਟ ਹੈ ਇਹਦਾ ਹੀ ਇਸ ਟਾਈਮ ਜ਼ਿਆਦਾ ਦੇਖਣ ਨੂੰ ਹੈ ਵੀ ਕਿਤੇ ਕਿਤੇ ਧੋੜੀਆਂ ਦੇ ਵਿੱਚ ਪਾਈ ਗਈ ਹੈ। ਬਾਕੀ ਜੇ ਅਸੀਂ ਬਾਸਮਤੀ ਦੀ ਗੱਲ ਕਰੀਏ ਤਾਂ ਆਪਾਂ ਆਉਂਦੇ ਜਾਂਦੇ ਦੇਖਿਆ ਵੀ ਹੋਣਾ ਵੀ ਕੁਛ ਬੂਟੇ ਜਿਹੜੇ ਨੇ ਨੋਰਮਲ ਜਿਹੜਾ ਆਪਣਾ ਝੋਨਾ ਹੈ ਉਹਦੇ ਨਾਲੋਂ ਵੱਡੇ ਹੋ ਜਾਂਦੇ ਨੇ। ਤੇ ਹੁਣ ਇਸ ਕੜੀ ਦੇ ਵਿੱਚ ਜੇ ਤੁਹਾਨੂੰ ਕੋਈ ਕਹਿੰਦਾ ਹੈ ਵੀ ਇੱਥੇ ਆਪਾਂ ਕੋਈ ਸਪਰੇਅ ਨਹੀਂ ਕਰਨੀ, ਕਿਉਂਕਿ ਜਿਹੜੀ ਬਿਮਾਰੀ ਇੱਕ ਵਾਰ ਆ ਚੁੱਕੀ ਹੈ ਇਹ ਉਸ ਤੋਂ ਬਾਅਦ ਉੱਥੇ ਝੰਡਾ ਰੋਗ ਨਹੀਂ ਰੁਕੇਗਾ। ਇਹ ਬੀਜ ਦੇ ਰਾਹੀਂ ਫੈਲਦੀ ਆ, ਇਹਦਾ ਜਿਨਸ ਜਿਹੜਾ ਬੀਜ ਦੇ ਵਿੱਚ ਹੁੰਦਾ। ਇਸ ਕਰਕੇ ਹਮੇਸ਼ਾ ਵਧੀਆ ਵੈਰਾਈਟੀ ਲਈਏ, ਪਰਖੀ ਹੋਈ ਵੈਰਾਈਟੀ ਦਾ ਚੋਣ ਕਰਕੇ ਉਹ ਵੈਰਾਈਟੀ ਦੀ ਵਰਤੋਂ ਕਰੀਏ, ਤਾਂ ਜੋ ਆਪਾਂ ਇਸ ਬਿਮਾਰੀ ਦਾ ਜਦੋਂ ਬੀਜਦੇ ਹਾਂ ਉਸੇ ਵੇਲੇ ਇਹਦਾ ਹੱਲ ਹੋ ਸਕਦਾ। ਬਾਕੀ ਇਹਦੇ ਲਈ ਜੋ ਸਿਫਾਰਿਸ਼ਾਂ ਨੇ ਮੈਂ ਹੋਰ ਤਕਰੀਕ ਦੇ ਵਿੱਚ ਵੀ ਦੱਸਾਂਗੇ, ਜਿਵੇਂ ਜਿਵੇਂ ਆਪਣੇ ਸਵਾਲ ਆਉਣਗੇ। ਬਾਕੀ ਕਿਸੇ ਚੀਜ਼ ਲਈ ਘਬਰਾਉਣ ਦੀ ਲੋੜ ਨਹੀਂ। ਬਾਕੀ ਜੇ ਤੁਹਾਨੂੰ ਫਿਰ ਵੀ ਲੱਗਦਾ ਕਿਸੇ ਥਾਂ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਪੁੱਛ ਸਕਦੇ ਹੋ, ਅੱਜ ਅਸੀਂ ਇੱਥੇ ਉਹ ਚੀਜ਼ ਦੱਸਾਂਗੇ। ਧੰਨਵਾਦ ਜੀ। ਦੇਖੋ ਕਿਸਾਨ ਵੀਰੋ, ਗੱਲ ਇਹ ਹੈ ਵੀ ਮਾਹਰ ਸਾਡੇ ਵਿਚਕਾਰ ਨੇ। ਸਮੱਸਿਆ ਖੇਤ ਦੇ ਵਿੱਚ ਸਮੇਂ ਨਾਲ ਆਉਂਦੀ ਹੈ, ਕਿਉਂਕਿ ਮੌਸਮ ਹੀ ਇਹੋ ਜਿਹਾ ਇਸ ਵੇਲੇ ਚੱਲ ਰਿਹਾ, ਹਿਊਮਿਡਿਟੀ ਬਹੁਤ ਆ ਉਹਦੇ ਵਿੱਚ। ਫਸਲਾਂ ਸਾਰੀਆਂ ਆਪਣੀਆਂ ਸਾਉਣੀ ਦੀਆਂ ਆਪਾਂ ਬੀਜੀਆਂ, ਮੱਕੀ ਵੀ ਬੀਜੀ ਆ ਝੋਨੇ ਦੇ ਨਾਲ ਨਾਲ, ਸਾਡੇ ਕੋਲ ਗੰਨਾ ਵੀ ਹੈਗਾ ਆ।
ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਫਸਲਾਂ ਛੋਟੀਆਂ ਵੀ ਅਸੀਂ ਬੀਜੀਆਂ ਹੋਈਆਂ ਨੇ। ਸੋ ਕਿਸੇ ਕਿਸਮ ਦੀ ਵੀ ਸਮੱਸਿਆ ਤੁਹਾਨੂੰ, ਤੁਸੀਂ ਸਾਡੇ ਵਿਚਕਾਰ ਅੱਜ ਮਾਹਰ ਨੇ, ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਜੇ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ। ਸਭ ਤੋਂ ਪਹਿਲਾਂ ਮੈਂ ਕਿਸਾਨ ਵੀਰਾਂ ਦੇ ਕੋਲੋਂ ਸਵਾਲ ਲੈਣੇ ਸ਼ੁਰੂ ਕਰਦਾ ਜੀ। ਸਰਪੰਚ ਸਾਹਿਬ, ਨਾਮ ਦੱਸੋ ਪਹਿਲਾਂ। ਅਮਰਜੀਤ ਸਿੰਘ ਪੁੱਤਰ ਮੋਹਨ ਸਿੰਘ, ਪਿੰਡ ਬਡਾਲਾ ਦਾ ਰਹਿਣ ਵਾਲਾ ਜੀ। ਜੀ। ਤੇ ਮੈਂ ਮੱਕੀ ਲਗਭਗ 10 ਕੁ ਏਕੜ ਬੀਜੀ ਹੋਈ ਆ। ਉੱਤੇ ਸੁੰਡੀ ਦਾ ਬੜਾ ਹਮਲਾ ਜੀ। 1-2 ਵਾਰ ਸਪਰੇਅ ਵੀ ਕੀਤੀ ਪਰ ਹਲੇ ਕੰਟਰੋਲ ਨਹੀਂ ਹੋ ਰਹੀ। ਡਾਕਟਰ ਸਾਹਿਬ ਉਹਦੇ ਬਾਰੇ ਜ਼ਰੂਰ ਦੱਸਿਆ ਜਾਵੇ। ਮਾੜਾ ਜਿਹਾ ਸੁੰਡੀ ਬਾਰੇ ਦੱਸ ਦਿਓ, ਕੀ ਕਰ ਰਹੀ ਹੈ ਨੁਕਸਾਨ? ਉਹ ਜਿਹੜੀ ਸੁੰਡੀ ਆ ਜੀ, ਉਹ ਗੋਭ ਦੀ ਵਿੱਚੋਂ ਖਾਈ ਜਾਂਦੀ ਆ, ਤਾਂ ਮਤਲਬ ਉੱਤਾ ਬੂਟਾ ਜਿਹੜਾ ਆ ਉਹ ਵੱਧਦਾ, ਗਰੋਥ ਨਹੀਂ ਹੋ ਰਿਹਾ, ਤਾਂ ਉਹ ਉੱਥੇ ਹੀ ਬੂਟਾ ਖੜਾ ਹੈ ਜੀ, ਉਹ ਗੋਭ ਖਾਈ ਜਾਂਦੀ ਆ। ਦੇਖੋ ਜੀ, ਬਹੁਤ ਵਧੀਆ ਸਵਾਲ, ਕਿਉਂਕਿ ਜਿਹੜੇ ਕਿਸਾਨ ਵੀਰਾਂ ਨੇ ਥੋੜ੍ਹਾ ਜਿਹਾ ਲੇਟ ਮੱਕੀ ਬੀਜੀ ਆ, ਇਸ ਵੇਲੇ 1.5 ਫੁੱਟ ਦੀ ਆ, ਕੀੜੇ ਉੱਤੇ ਹਮਲਾ ਜ਼ਰੂਰ ਕਰ ਰਹੇ ਆ। ਬੜਾ ਅੱਛਾ ਸਵਾਲ ਹੈ ਇਸ ਵੇਲੇ ਜਿਹੜੀ ਸੁੰਡੀ ਹਮਲਾ ਕਰ ਰਹੀ ਹੈ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਕਿਹੜੀ ਸੁੰਡੀ ਆ ਉਹ, ਕਿਸ ਤਰ੍ਹਾਂ ਉਹਨੂੰ ਅਸੀਂ ਕੰਟਰੋਲ ਕਰਾਂਗੇ ਥੋੜ੍ਹੇ ਸਮੇਂ 'ਚ? ਸੋ ਇਹਦੇ ਵਿੱਚ ਅਸੀਂ ਅਮਰਜੀਤ ਜੀ ਇਹ ਕਰ ਸਕਦੇ ਹਾਂ ਵੀ ਇਹ ਜਿਹੜੀ ਸੁੰਡੀ ਹੈ 2018 ਦੇ ਵਿੱਚ ਆਈ ਸੀ। ਅਸੀਂ ਇੱਥੇ ਬਹੁਤ ਵੈਬੀਨਾਰ ਵੀ ਲਾਇਆ, ਤੁਸੀਂ KVK ਵੀ ਆਉਂਦੇ ਰਹੇ ਹੋ। ਤਾਂ ਉਹਦੇ 'ਚ ਇਹ ਆ ਵੀ ਇਹ ਜਿਹੜੀ ਹੈਗੀ ਹੈ, ਇਹਨੂੰ ਅਸੀਂ ਫਾਲ ਆਰਮੀ ਵਰਮ ਦੇ ਨਾਂ 'ਤੇ ਜਾਣਦੇ ਹਾਂ ਇਸ ਸੁੰਡੀ ਨੂੰ। ਇਹਦੀ ਇੱਕ ਖਾਸੀਅਤ ਹੈ ਵੀ ਇਹਦੀ ਨਿਸ਼ਾਨੀ ਲੱਭਣੀ ਬਹੁਤ ਸੌਖੀ ਹੈ। ਇੱਕ ਤਾਂ ਇਹ ਜਦੋਂ ਛੋਟੀ ਹੁੰਦੀ ਹੈ ਪੱਤਿਆਂ ਦੇ ਉੱਤੋਂ ਸਕ੍ਰੈਪ ਕਰਦੀ ਹੈ, ਯਾਨੀ ਕਿ ਉਹਨੂੰ ਖਰੋਚ ਕੇ ਖਾਂਦੀ ਹੈ। ਫਿਰ ਇਹ ਵਰਲ ਯਾਨੀ ਕਿ ਜਿਹੜਾ ਹੁੰਦਾ ਉਹਦੇ ਵਿੱਚ ਚਲੇ ਜਾਂਦੀ ਹੈ। ਠੀਕ ਹੈ ਜੀ। ਜਦੋਂ ਗੋਭ ਦੇ ਵਿੱਚ ਜਾਂਦੀ ਹੈ ਫਿਰ ਉੱਥੇ ਹੀ ਇਹ ਵੱਡੀ ਹੋ ਕੇ ਇਹ ਖਾਈ ਜਾਂਦੀ ਹੈ ਅਤੇ ਆਪਣਾ ਜਿਹੜਾ ਮਲ ਮੂਤਰ ਉਹ ਤਿਆਗ ਕਰਕੇ ਜਿਹੜਾ ਪੱਠਾ ਉਹਨੂੰ ਖਰਾਬ ਕਰ ਦਿੰਦੀ ਹੈ। ਸੋ ਇਹਦੇ ਵਿੱਚ ਜਿਹੜੀ ਹੈਗੀਆਂ 3 ਦਵਾਈਆਂ ਜਿਹੜੀਆਂ ਸਿਫਾਰਿਸ਼ ਕੀਤੀਆਂ ਨੇ। ਜੇ ਤਾਂ ਤੁਸੀਂ ਗਾਚਾ ਲਾਇਆ, ਮਤਲਬ ਤੁਸੀਂ ਆਪਣੀਆਂ ਮੱਝਾਂ ਗਾਵਾਂ ਲਈ ਜਿਹੜੇ ਪੱਠੇ ਆ ਉਹ ਵਰਤਣੇ ਆ, ਤਾਂ ਉੱਥੇ ਜਿਹੜੀ ਯੂਨੀਵਰਸਿਟੀ ਦੀ ਸਿਫਾਰਿਸ਼ ਸਿਰਫ ਜਿਹੜੀ ਇਕੱਲੀ ਕੋਰਾਜਨ ਦੀ ਹੈ ਵੀ ਤੁਸੀਂ 0.4 ਮਿਲੀਲੀਟਰ 1 ਲੀਟਰ ਦੇ ਵਿੱਚ ਪਾ ਕੇ ਅਤੇ ਗੋਭ ਦੇ ਵਿੱਚ ਸਪਰੇਅ ਜਿਹੜੀ ਉਹ ਕਰਨੀ ਆ। ਅਤੇ ਇਹਦੇ ਨਾਲ ਇਹ ਵੀ ਇੱਥੇ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਜਿਹੜਾ ਤੁਸੀਂ ਗਾਚਾ ਲਾਉਣਾ ਉਹ ਤੁਸੀਂ ਜਿਹੜੀਆਂ ਹੈਗੀਆਂ ਉਹ ਕਤਾਰਾਂ ਦੇ ਵਿੱਚ ਲਾਓ, ਤਾਂ ਜੋ ਇਸ ਕੀੜੇ ਨੂੰ ਜਿਹੜਾ ਹੈਗਾ ਉਹ ਸੌਖੇ ਅਤੇ ਸੁਚੱਜੇ ਤਰੀਕੇ ਨਾਲ ਰੋਕਿਆ ਜਾ ਸਕੇ। ਕਿਉਂਕਿ ਜਦੋਂ ਵੀ ਇਹਦਾ ਹਮਲਾ ਹੁੰਦਾ ਅਤੇ ਇਹ ਕੁਛ ਦਿਨਾਂ ਦੇ ਵਿੱਚ ਜੇ ਅਸੀਂ ਖੇਤ 'ਚ ਗੇੜਾ ਨਹੀਂ ਮਾਰਦੇ ਤਾਂ ਐਂ ਲੱਗਦਾ ਵੀ ਉੱਤੋਂ ਜਿਵੇਂ ਰੁੰਡ ਭਰੁੰਡ ਹੋ ਗਿਆ, ਜਿਹੜੇ ਵਰਲ ਆ ਉਹ ਥੱਲੇ ਨੂੰ ਡਿੱਗ ਜਾਂਦੇ ਆ। ਸੋ ਪਰ ਇੱਥੇ ਘਬਰਾਉਣ ਦੀ ਲੋੜ ਨਹੀਂ ਹੈ। ਇਹਦਾ ਹਮਲਾ ਤੇਜ਼ੀ ਨਾਲ ਕਿਉਂ ਹੁੰਦਾ, ਕਿਉਂਕਿ ਇਹ ਜਿਹੜੀ ਇੱਕ ਮਾਦਾ ਹੈਗੀ ਆ ਉਹ ਬਹੁਤ ਸਾਰੇ ਆਂਡੇ ਜਿਹੜੀ ਇੱਕ ਜਗ੍ਹਾ 'ਤੇ ਦਿੰਦੀ ਹੈ। ਉੱਥੋਂ ਸੁੰਡੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਪੈਦਾ ਹੁੰਦੀਆਂ, ਫਿਰ ਉਹ ਇੱਕ ਤੋਂ ਦੂਜੇ ਪੌਦੇ ਵੱਲ ਜਾਂਦੀਆਂ ਨੇ ਅਤੇ ਉਹਦਾ ਐਂ ਲੱਗਦਾ ਵੀ ਹਮਲਾ ਬਹੁਤ ਜ਼ਿਆਦਾ ਹੋ ਗਿਆ। ਬਿਲਕੁਲ ਡਾਕਟਰ ਸਾਹਿਬ। ਦੇਖੋ ਕਿਸਾਨ ਵੀਰੋ, ਫਾਲ ਆਰਮੀ ਵਰਮ ਜਿਹਨੂੰ ਅਸੀਂ ਸੈਨਿਕ ਸੁੰਡੀ ਵੀ ਕਹਿ ਲਈਏ, ਅਤੇ ਉਹ ਕਾਫੀ ਹਮਲਾ ਮੱਕੀ ਦੀ ਫਸਲ ਦੇ ਉੱਤੇ ਛੋਟੀ ਹੁੰਦੀ ਤੇ ਕਰ ਦਿੰਦੀ ਹੈ। ਅਤੇ ਉਹਦੀ ਕੰਟਰੋਲ ਦੇ ਲਈ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸ ਹੀ ਦਿੱਤਾ ਵੀ ਜੇ ਅਸੀਂ ਚਾਰਾ ਲਗਾਇਆ ਤਾਂ ਅਸੀਂ ਦਵਾਈ ਆ ਜਿਹੜੀ ਕਿਹੜੀ ਕਰਨੀ ਆ, ਜੇ ਅਸੀਂ ਪਕਾਉਣ ਲਈ ਆ ਤਾਂ ਵੀ ਆਪਾਂ ਦਵਾਈ ਪੁੱਛ ਲੈਂਦੇ ਹਾਂ। ਇਹਦੇ 'ਚ ਮੈਂ ਇੱਥੇ ਇਹ ਵੀ ਐਡ ਕਰਨਾ ਚਾਹੂੰਗਾ ਵੀ ਇਹਦੇ 'ਚ ਇੱਕ ਬਹੁਤ ਧਿਆਨ ਦੇਣ ਜੋ ਗੱਲ ਹੈ ਵੀ ਜਿਹੜਾ ਅਸੀਂ ਗਾਚਾ ਲਾਇਆ, ਜਦੋਂ ਅਸੀਂ ਉੱਤੇ ਸਪਰੇਅ ਕਰਦੇ ਹਾਂ ਤਾਂ 20 ਦਿਨ ਤੱਕ ਯਾਨੀ ਕਿ ਉਹ ਜਿਹੜੇ ਪੱਠੇ ਹੈਗੇ ਆ ਉਹਨਾਂ ਨੂੰ ਅਸੀਂ ਵੱਢਣੇ ਵੀ ਨਹੀਂ ਹੈ ਅਤੇ ਪਾਉਣੇ ਵੀ ਨਹੀਂ। ਉਹਦੇ ਨਾਲ ਆਪਣਾ ਨੁਕਸਾਨ ਜਿਹੜਾ ਉਹ ਹੋ ਸਕਦਾ। ਸੋ ਇਸ ਤੋਂ ਇਲਾਵਾ ਜਿਹੜੀ ਦੂਸਰੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਵੀ ਜਿਹੜੀ ਪਕਾਵੀਂ ਮੱਕੀ ਹੈ, ਜੇ ਅਸੀਂ ਉਹਦੇ ਵੱਲ ਜਾਈਏ ਤਾਂ ਉੱਥੇ ਸਾਡੇ ਕੋਲ 3 ਦਵਾਈਆਂ ਜਿਹੜੀਆਂ ਉਹ ਹੈਗੀਆਂ ਨੇ। ਅਤੇ ਇਹਦੇ ਵਿੱਚ ਗੱਲ ਉਹੀ ਹੈ ਵੀ ਕਤਾਰਾਂ 'ਚ ਤੁਸੀਂ ਜਿਹੜੀ ਇਹ ਮੱਕੀ ਲਾਉਣੀ ਹੈ, ਅਤੇ ਜਿਹੜੀ ਦਵਾਈ ਹੈਗੀ ਆ ਉਹ ਇੱਕ ਤਾਂ ਡੈਲੀਗੇਟ ਨਾਂ 'ਤੇ ਆਉਂਦੀ ਹੈ। ਉਹਦੀ ਮਾਤਰਾ ਜਿਹੜੀ ਆ ਉਹ 0.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਆ। ਇਸੇ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਕੋਰਾਜਨ, ਉਹਦੀ 0.4 ਦੇ ਹਿਸਾਬ ਦੇ ਨਾਲ ਆ ਮਿਲੀਲੀਟਰ 1 ਲੀਟਰ ਪਾਣੀ 'ਚ। ਅਤੇ ਤੀਜੀ ਦਵਾਈ ਜਿਹੜੀ ਆ ਉਹ ਮਿਜ਼ਾਈਲ ਜਿਹੜੀ ਐਵਾਮੈਕਟਿਨ ਬੈਂਜੋਏਟ ਸਾਲਟ ਆ ਉਹਦੇ ਵਿੱਚ, ਉਹ ਵੀ 0.4 ਮਿਲੀਲੀਟਰ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਪਾ ਕੇ, ਅਤੇ ਜਿਹੜੀ ਸਪਰੇਅ ਆ ਇਹਦੇ 'ਚ ਸਪਰੇਅ ਜਿਹੜੀ ਆ ਉਹ ਬਹੁਤ ਅਹਿਮੀਅਤ ਰੱਖਦੀ ਆ ਕਿ ਜਿਹੜੀ ਗਨ ਆ ਉਹ ਅਸੀਂ ਇੱਥੇ ਨਹੀਂ ਵਰਤਣੀ। ਜਿਹੜੀ ਆਪਣੀ ਹੋਲੋਕੋਨ ਨੋਜ਼ਲ ਹੈ ਜਿਹਦਾ ਮੂੰਹ ਥੱਲੇ ਨੂੰ ਹੋਵੇ, ਔਰ ਜਿਹੜੀ ਦਵਾਈ ਉਹ ਸਾਰੀ ਵਰਲ ਦੇ ਵਿੱਚ ਜਾਵੇ, ਉਹਦੇ ਨਾਲ ਜਿਹੜਾ ਕੰਟਰੋਲ ਹੈ। ਗੱਲ ਕਿ ਜੇ ਦਵਾਈ ਜੇ ਬੂਟੇ ਦੇ ਵਿੱਚ ਗੋਭ ਦੇ ਵਿੱਚ ਪਊਗੀ ਫਿਰ ਇਹ ਸੁੰਡੀ ਮਰੂਗੀ। ਸੋ ਕਹਿਣ ਦਾ ਭਾਵ ਕਿਸਾਨ ਵੀਰੋ, ਇੰਜਣ ਵਾਲਾ ਪੰਪ ਜੇ ਅਸੀਂ ਵਰਤਦੇ ਹਾਂ ਤਾਂ ਉਹਦੇ ਮੂਹਰੇ ਨੋਜ਼ਲ ਆ ਜਿਹੜੀ ਉਹ ਥੱਲੇ ਨੂੰ ਮੂੰਹ ਕਰਕੇ ਕਰਨ ਵਾਲੀ ਲਾਉਣੀ ਆ। ਇਹ ਨਾ ਹੋਵੇ ਕਿ ਉਹਦੇ ਮੂਹਰੇ ਗਨ ਨਾਲ ਜਿਹੜੀ ਸਿੱਧੀ ਸਪਰੇਅ ਕਰਦੀ ਆ ਤਾਂ ਨੂੰ, ਉਹ ਨਹੀਂ ਅਸੀਂ ਲਾਉਣੀ। ਸੋ ਸਪਰੇਅ ਦਾ ਟੈਕਨੀਕ ਆ ਜਿਹੜੀ ਜਿੰਨੀ ਵਧੀਆ ਹੋਊਗੀ ਉਨੀ ਹੀ ਦਵਾਈ ਵਧੀਆ ਢੰਗ ਨਾਲ ਕੰਮ ਕਰੂਗੀ। ਸੋ ਹਾਂਜੀ, ਹੋਰ ਸਵਾਲ ਬਲਜੀਤ ਸਿੰਘ ਆ ਜਾਓ ਤੁਸੀਂ। ਬਲਜੀਤ ਸਿੰਘ ਹੈ ਜੀ, ਨੌਜਵਾਨ ਕਿਸਾਨ ਨੇ ਬੰਡਾਲਾ ਦੇ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਮੇਰਾ ਨਾਮ ਬਲਜੀਤ ਸਿੰਘ, ਪਿੰਡ ਬੰਡਾਲਾ ਦਾ ਜੀ। ਸਾਡੇ ਸਮੱਸਿਆ ਖੇਤ ਦੇ ਵਿੱਚ ਸ਼ੀਤ ਬਲਾਈਟ ਦੀ ਆਪਾਂ ਕਹਿ ਸਕਦੇ ਹਾਂ। ਇਹਨੂੰ ਇੱਕ ਸਪਰੇਅ ਕਰ ਚੁੱਕੇ ਹਾਂ ਅਸੀਂ, ਅਤੇ ਹੁਣ ਜਿੱਦਾਂ ਕਿ ਮੌਸਮ ਇਸ ਟਾਈਮ ਆਪਣੇ ਮੀਂਹ ਵਾਲਾ ਆ ਅਤੇ ਇਹ ਜ਼ਿਆਦਾ ਸਲਾਬੇ ਦੇ ਵਿੱਚ ਹੀ ਆਉਂਦੀ ਆ,
ਤੇ ਹੁਣ ਇਸ ਦੀ ਰੋਕਥਾਮ ਦੇ ਵਾਸਤੇ ਕਿਤੇ ਕਿਤੇ ਸਾਨੂੰ ਖੇਤਾਂ ਦੇ ਵਿੱਚ ਇਹ ਆ ਰਹੀ ਆ, ਦੇਖਿਆ ਅਸੀਂ ਖੇਤਾਂ ਦੇ ਵਿੱਚ। ਕਿੰਨੇ ਕੁ ਬੂਟੇ ਮਿਲਦੇ ਆ ਖੇਤ ਦੇ ਵਿੱਚ? ਖੇਤ ਦੇ ਵਿੱਚ ਤੁਸੀਂ ਲਾਓ ਵੀ 5-6 ਬੂਟਿਆਂ ਨੂੰ ਆ ਜਾਂਦੀ ਆ ਜੀ। ਬਲਜੀਤ ਸਿੰਘ ਜੀ, ਤੁਹਾਡਾ ਸਵਾਲ ਬਹੁਤ ਵਧੀਆ, ਕਿਉਂਕਿ ਢੁਕਵਾਂ ਸਮਾਂ ਇਸ ਵੇਲੇ ਸ਼ੀਥ ਬਲਾਈਟ ਦਾ ਖੇਤ ਦੇ ਵਿੱਚ ਆਉਣ ਦਾ। ਸੋ ਜੇ ਮੈਨੂੰ ਲੱਗਦਾ ਵੀ ਡਾਕਟਰ ਸਾਹਿਬ ਨੇ ਪਹਿਲਾਂ ਵੀ ਦੱਸਿਆ ਵੀ ਇਕਨੋਮਿਕ ਸਾਡਾ ਨੁਕਸਾਨ ਇਕਨੋਮਿਕਲੀ ਨਹੀਂ ਹੋ ਰਿਹਾ, ਕਹਿਣ ਦਾ ਭਾਵ ਨੁਕਸਾਨ ਕਰਨ ਦੀ ਹੱਦ ਨਹੀਂ ਟੱਪਦਾ ਉਹ ਬਿਮਾਰੀ ਜਾਂ ਉਹ ਕੀੜਾ, ਤਾਂ ਅਸੀਂ ਸਪਰੇਅ ਨਹੀਂ ਕਰਨੀ। ਬਾਕੀ ਆਪਾਂ ਜਵਾਬ ਡਾਕਟਰ ਰੀਤੂ ਜੀ ਤੋਂ ਲੈਂਦੇ ਹਾਂ। ਜਿਵੇਂ ਤੁਸੀਂ ਸਵਾਲ ਪੁੱਛਿਆ, ਸ਼ੀਥ ਬਲਾਈਟ ਆ, ਇਹ ਜਿਹੜੀ ਤੁਰਦੀ ਆ ਥੱਲਿਓਂ ਤੁਰਦੀ ਆ ਨਾ, ਜਦੋਂ ਆਪਣੇ ਖੱਤੇ ਦੇ ਵਿੱਚ ਵੀ ਆਉਂਦੀ ਹੈ, ਇੱਥੇ ਇਹ ਹੁੰਦਾ ਵੀ ਪੈਨਿਕ ਨਹੀਂ ਕਰਨਾ ਹੁੰਦਾ, ਇਹ ਆਉਂਦੀ ਤੋੜੀਆਂ ਦੇ ਵਿੱਚ ਹੈ। ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਇਸ ਗੱਲ ਦਾ ਵੀ ਇੱਕੋ ਦਮ ਨਹੀਂ ਕਦੇ ਇਹ ਫੈਲਦੀ। ਇਸ ਕਰਕੇ ਜੇ ਤੁਸੀਂ ਸਪਰੇਅ ਕਰਦੇ ਹੋ, ਇੱਕ ਵਾਰੀ ਸਪਰੇਅ ਕਰ ਚੁੱਕੇ ਹੋ, ਉਹਦੇ ਵਿੱਚ 15 ਦਿਨਾਂ ਦਾ ਵਕਫਾ ਜ਼ਰੂਰ ਰੱਖੋ, ਠੀਕ ਹੈ ਜੀ। ਜੇ ਤੁਹਾਨੂੰ ਲੱਗਦਾ ਵੀ ਵੱਧਦੀ ਹੈ ਪਰ ਜੇ ਉੱਥੇ ਰੁਕ ਗਈ ਹੈ, ਫਿਰ ਤੁਹਾਨੂੰ ਸਪਰੇਅ ਕਰਨ ਦੀ ਲੋੜ ਵੀ ਨਹੀਂ ਹੈਗੀ ਆ। ਪਰ ਇਹਦੇ ਵਿੱਚ ਕੁਝ ਚੀਜ਼ਾਂ ਬਹੁਤ ਧਿਆਨ 'ਚ ਰੱਖਣ ਵਾਲੀਆਂ ਨੇ। ਧੋੜੀ ਚਾਹੁੰਦੀ ਹੈ ਉਸ ਏਰੀਆ ਦੇ ਵਿੱਚ ਸਪਰੇਅ ਕਰਨੀ ਹੈ, ਤੇ ਨਾਲ ਤੁਸੀਂ 1 ਮੀਟਰ ਦਾ ਦਾਇਰਾ ਬੰਨ੍ਹ ਸਕਦੇ ਹੋ ਤੁਸੀਂ। ਇਹਦੇ 'ਚ ਅਸੀਂ ਕਹਿੰਦੇ ਹਾਂ ਸਪੌਟ ਐਪਲੀਕੇਸ਼ਨ। ਇਹਦੇ ਨਾਲ ਕੀ ਹੁੰਦਾ, ਤੁਹਾਡਾ ਜਿਹੜਾ ਸਮਾਂ ਉਹ ਵੀ ਬਚਦਾ, ਨਾਲ ਤੁਸੀਂ ਜਿਹੜੀ ਦਵਾਈ ਵਰਤਦੇ ਹੋ ਤੁਹਾਨੂੰ ਸਿਰਫ ਉਸ ਏਰੀਆ ਦੇ ਲਈ ਕਰਨ ਦੀ ਲੋੜ ਹੈ। ਕਿਉਂਕਿ ਦੇਖੋਗੇ ਹੁਣ ਆਪਣੀ ਫਸਲ ਜਿਹੜੀ ਹੈ ਪੱਕਣ 'ਤੇ ਜਿਹੜੀ ਹੈ ਸ਼ੁਰੂ ਹੋ ਜਾਣਾ, ਉਹਦਾ ਟਾਈਮ ਜਿਹੜਾ ਨੇੜੇ ਆਉਂਦਾ ਜਾਏਗਾ, ਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਆਪਣੇ ਪੂਰੇ ਖੱਤੇ ਦੇ ਵਿੱਚ ਕਰਨੀ ਹੈ। ਇਹ ਤੁਸੀਂ ਆਪਣੇ ਉਸ ਸਪੌਟ ਦੇ ਵਿੱਚ ਕਰੋ, ਨਾਲ ਉਹਦੇ ਨਾਲ 1 ਮੀਟਰ ਦਾ ਦਾਇਰਾ ਜ਼ਰੂਰ ਬੰਨ੍ਹ ਲਓ। ਤੇ ਹਮੇਸ਼ਾ ਜਦੋਂ ਸਪਰੇਅ ਕਰਨੀ ਹੈ, ਕੋਸ਼ਿਸ਼ ਕਰੋ ਵੀ ਤੁਸੀਂ ਜਿਸ ਸਪੌਟ ਦੇ ਉੱਤੇ ਆਪਣੀ ਬਿਮਾਰੀ ਆਈ ਹੈ ਉੱਥੋਂ ਵੜ ਕੇ ਬਾਹਰ ਨੂੰ ਆਓ, ਠੀਕ ਹੈ ਜੀ। ਜੇ ਤੁਸੀਂ ਦੂਜੇ ਪਾਸੇ ਕਰਦੇ ਹੋ ਤਾਂ ਇਹ ਐਵੇਂ ਹੋਊਗਾ ਕਿ ਉਹ ਬਿਮਾਰੀ ਦੇ ਜਿਹੜੇ ਅੰਸ਼ ਹੈ ਉਹ ਦੂਜੇ ਬੂਟਿਆਂ ਵੱਲ ਵੀ ਜਾਣਗੇ। ਤੇ ਇਹ ਸ਼ੀਥ ਬਲਾਈਟ ਲਈ ਇਹ ਬਹੁਤ ਜ਼ਰੂਰੀ ਹੈ, ਜਿਹੜੀ ਤੁਸੀਂ ਸਪਰੇਅ ਕਰਦੇ ਹੋ ਉਹ ਮੁੱਢਾਂ ਵੱਲ ਰੱਖ ਕੇ ਕਰਨੀ ਹੈ। ਇਹ ਬਿਮਾਰੀ ਕਦੇ ਵੀ ਤੁਸੀਂ ਦੇਖੋਗੇ ਉੱਤੇ ਤਾਂ ਨੂੰ ਬਹੁਤ ਸਵੀਅਰ ਹਾਲਤਾਂ ਦੇ ਵਿੱਚ ਪਹੁੰਚਦੀ ਹੈ, ਅਦਰਵਾਈਜ਼ ਇਹ ਹਮੇਸ਼ਾ ਥੱਲਿਓਂ ਸ਼ੁਰੂ ਹੋਊਗੀ। ਜੇ ਤੁਹਾਡੀ ਸਪਰੇਅ ਥੱਲੇ ਹੋਊਗੀ, ਇਹਦੀ ਰੋਕਥਾਮ ਹੋਊਗੀ। ਇਹਦੇ ਲਈ ਜਿਹੜੀਆਂ ਬਿਮਾਰੀ ਦੇ ਲਈ ਦਵਾਈਆਂ ਦੱਸੀਆਂ ਗਈਆਂ ਕਿ ਐਮੀਸਟਾਰ ਟੌਪ ਜਿਹੜੀ ਹੈ ਉਹ ਦੱਸੀ ਹੈ 200 ml 200 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਹੈ। ਦੂਜੀ ਤੁਸੀਂ ਇਹ 'ਚ ਨਟੀਵੋ ਵੀ ਵਰਤ ਸਕਦੇ ਹੋ 80 ਗ੍ਰਾਮ ਜਿਹੜੀ ਹੈ, ਇਹ ਵੀ 200 ਲੀਟਰ ਪਾਣੀ 'ਚ। ਇੱਥੇ 200 ਲੀਟਰ ਪਾਣੀ ਬਹੁਤ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਆਪਣੇ ਬੂਟੇ ਨੂੰ ਚੰਗੀ ਤਰ੍ਹਾਂ ਨਲਾਉਂਦੇ ਹੋ, ਦਵਾਈ ਨੇ ਪਾਣੀ ਦੇ ਵਿੱਚ ਘੁਲ ਕੇ ਅਸਰ ਕਰਨਾ, ਡੋਜ਼ ਵਧਾਉਣ ਨਾਲ ਅਸਰ ਨਹੀਂ ਹੋਏਗਾ। ਜੇ ਉਨੀ ਡੋਜ਼ ਪਾਉਂਦੇ ਹੋ, ਸਹੀ ਮਾਤਰਾ ਦੇ ਵਿੱਚ ਪਾਉਂਦੇ ਹੋ, ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਕੇ 200 ਲੀਟਰ ਪਾਣੀ ਰੱਖਦੇ ਹੋ, ਤੁਹਾਨੂੰ ਅਗਲੀ ਸਪਰੇਅ ਕਰਨ ਦੀ ਲੋੜ ਨਹੀਂ ਪਏਗੀ। ਇਹ ਮਾਰੀ ਉੱਥੇ ਹੀ ਰੁਕ। ਬਿਲਕੁਲ, ਤੁਹਾਡਾ ਬਹੁਤ ਵਧੀਆ ਆਨਸਰ ਤੁਸੀਂ ਦਿੱਤਾ ਬਲਜੀਤ ਸਿੰਘ। ਤੁਸੀਂ ਸੁਣ ਹੀ ਲਿਆ, ਸਾਰੇ ਕਿਸਾਨ ਵੀਰਾਂ ਨੇ ਸੁਣ ਲਿਆ ਕਿ ਜਿਹੜੀ ਸਪਰੇਅ ਅਸੀਂ ਨਾ ਬਹੁਤ ਤਰੀਕੇ ਨਾਲ, ਢੰਗ ਨਾਲ, ਤੇ ਇੱਕੋ ਦਵਾਈ ਬਾਰ-ਬਾਰ ਨਹੀਂ ਕਰਨੀ। ਨਾਲੇ ਜਿੰਨਾ ਕੁ ਥਾਂ ਸਾਡਾ ਖਰਾਬ ਹੈ ਅਸੀਂ ਉੱਥੇ ਹੀ ਸਪਰੇਅ ਕਰੀਏ ਤਾਂ ਬੈਸਟ ਆ। ਉਹਦਾ ਥੋੜ੍ਹਾ ਜਿਹਾ ਏਰੀਆ ਹੋਰ ਵਧਾ ਕੇ ਮੀਟਰ ਕੁ ਦਾਇਰਾ ਤੇ ਅਸੀਂ ਸਪਰੇਅ ਕਰ ਲਈਏ। ਮੈਡਮ ਨੇ ਕਿਹਾ ਵੀ ਇਹ ਜਿਹੜਾ ਨਾ ਆਪਾਂ ਇਹਦੀ ਸਪਰੇਅ ਆ ਮੁੱਢਾਂ ਵੱਲ ਨੂੰ ਕਰਨੀ ਆ। ਇਹ ਨਾਲੇ ਮੈਡਮ ਸਾਨੂੰ ਪਹਿਲਾਂ ਇੱਕ ਕੈਂਪ ਲੱਗਾ ਸੀਗਾ, ਉਹ ਕਹਿੰਦੇ ਵੀ ਜਿਹੜੀ ਸ਼ੀਥ ਬਲਾਈਟ ਇਹ ਪੱਤੇ ਤੋਂ ਕਵਰ ਹੁੰਦੀ ਜਿਹੜੀ ਆ ਉਹ ਕਵਰ ਕਰੂਗੀ, ਤੁਸੀਂ ਉੱਪਰ ਵੀ ਕਰ ਸਕਦੇ ਆ। ਇਹ ਜਵਾਬ ਵੀ ਇਹ ਆਪਾਂ ਉੱਪਰ ਨੂੰ ਫੁਆਰੇ ਨਾਲ ਕਰ ਸਕਦੇ ਹਾਂ ਕਿ ਜੜ੍ਹਾਂ, ਕਿਉਂਕਿ ਜੜ੍ਹਾਂ ਵਿੱਚ ਉਸ ਟਾਈਮ ਕਹਿੰਦੇ ਕਈ ਵਾਰੀ ਆਪਣੇ ਖੇਤਾਂ ਦੇ ਵਿੱਚ ਟਿੱਡਾ ਜਿਹਨੂੰ ਅਸੀਂ ਤੇਲਾ ਵੀ ਕਹਿੰਦੇ ਆ, ਜਦੋਂ ਉਹਦਾ ਜ਼ਿਆਦਾ ਅਟੈਕ ਆ ਜਾਂਦਾ ਉਹਨੂੰ ਕਹਿੰਦੇ ਵੀ ਆਪਾਂ ਧੋੜੀਆਂ ਨੂੰ ਉਹਨੇ ਨੂੰ ਕਵਰ ਕਰਕੇ ਉਹ ਮੁੱਢਾਂ ਵਿੱਚ ਕਰੀਏ। ਤੇ ਇਹ ਸ਼ੀਥ ਬਲਾਈਟ ਦੀ ਵੀ ਸਪਰੇਅ ਜਿਹੜੀ ਮੁੱਢਾਂ ਵਿੱਚ ਹੀ ਕਰਨੀ ਆ ਕਿ ਇਹਦੀ ਉੱਪਰ ਕਰਨੀ ਆ ਜੀ। ਬਹੁਤ ਵਧੀਆ ਤੁਸੀਂ ਵੈਸੇ ਸਵਾਲ ਕੀਤਾ, ਪਰ ਇਹਦੇ ਵਿੱਚ ਦੇਖੋ ਮੈਂ ਪਹਿਲਾਂ ਹੀ ਕਿਹਾ, ਤੁਸੀਂ ਜਦੋਂ ਵੀ ਇਹਦੇ ਲੱਛਣ ਦੇਖਦੇ ਹੋ ਉੱਤੋਂ ਕਦੇ ਨਹੀਂ ਦਿਖਦੇ, ਇਹ ਹਮੇਸ਼ਾ ਥੱਲਿਓਂ ਦਿਖਦੇ ਆ। ਇਸ ਕਰਕੇ ਇਹ ਤੋਂ ਸਾਫ਼ ਕਲੀਅਰ ਹੁੰਦਾ ਵੀ ਬਿਮਾਰੀ ਤੁਰਦੀ ਉਹ ਥੱਲੋਂ ਹੈ, ਠੀਕ ਹੈ। ਵੱਟ ਬੰਨੇ ਤੇ ਤੁਸੀਂ ਆਪਣਾ ਇਸ ਦਾ ਦੇਖਦੇ ਰਹੋ ਤੇ ਛਿੜਕਾਅ ਥੱਲੇ ਨੂੰ ਰੱਖ ਕੇ ਕਰਨਾ, ਨੋਜ਼ਲ ਨੂੰ ਪੱਤਿਆਂ ਤੇ ਨਹੀਂ। ਇਹ ਥੱਲਿਓਂ ਉੱਤੋਂ ਤਾਂ ਜਾਂਦੀ ਹੈ, ਉੱਤੋਂ ਥੱਲੇ ਨਹੀਂ ਆਉਂਦੀ ਹੈ ਬਿਮਾਰੀ। ਇਸ ਕਰਕੇ ਇਹਦੇ ਲਈ ਵੀ ਤੁਸੀਂ ਆਪਣੀ ਜਿਹੜੀ ਨੋਜ਼ਲ ਆ ਉਹ ਮੁੱਢ ਵੱਲ ਰੱਖ ਕੇ ਹੀ ਸਪਰੇਅ ਕਰਨੀ ਹੈ, ਤਾਂ ਇਹਦਾ ਹੱਲ ਵਧੀਆ ਹੋਏ। ਹਾਂਜੀ, ਹੋਰ ਸਵਾਲ ਜੀ? ਆ ਜਾਓ, ਤੁਸੀਂ ਆ ਜਾਓ ਜੀ। ਨਾਮ ਦੱਸ ਦਿਓ ਪਹਿਲਾਂ ਆਪਣਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਸੁਖਦੇਵ ਸਿੰਘ ਪਿੰਡ ਬਡਾਲਾ ਦਾ ਰਹਿਣ ਵਾਲਾ ਹਾਂ। ਹਾਂਜੀ, ਮੈਂ ਝੋਨੇ ਦੀ ਫਸਲ ਬੀਜੀ ਆ। ਮੈਂ PR 121 ਜਿਹੜੀ ਵੈਰਾਈਟੀ ਆ ਹਾਂਜੀ, ਯੂਨੀਵਰਸਿਟੀ ਦੇ ਸਿਫਾਰਸ਼ਾਂ ਮੁਤਾਬਕ ਜੀ ਜੀ, ਉਹੋ ਹੀ ਮੈਂ ਲਾਈ ਆ ਜੀ। ਹਾਂ ਤੇ ਬਾਕੀ ਇਦਾਂ ਜੀ ਹਿਊਮਿਡਿਟੀ ਜ਼ਿਆਦਾ ਹੋਣ ਕਰਕੇ ਹਾਂ, ਹੁਣ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਰਿਹਾ ਆ। ਅੱਛਾ, ਉਹ ਜਿੱਥੇ ਕ ਸ਼ੌਰ ਹੁੰਦੀ ਆ ਨਾ, ਹਾਂ, ਦਰਖਤ ਹੁੰਦੇ ਆ, ਉੱਥੋਂ ਜ਼ਿਆਦਾ ਮਤਲਬ ਉਹ ਹੋ ਰਿਹਾ ਆ। ਹਾਂ, ਇਹਦੇ ਬਾਰੇ ਸਾਨੂੰ ਮਤਲਬ ਦਵਾਈ ਬਾਰੇ ਜਿਹੜਾ ਦੱਸਿਆ ਗਿਆ। ਬਿਲਕੁਲ ਜੀ, ਬਿਲਕੁਲ। ਸੁਖਦੇਵ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਕਿਸਾਨ ਨੇ। ਅਕਸਰ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਮਹਿਕਮੇ ਨਾਲ ਇਹਨਾਂ ਦਾ ਰਾਬਤਾ ਰਹਿੰਦਾ। ਸੋ ਦੇਖੋ, ਇਹ ਜਿਹੜੀ ਬਿਮਾਰੀ ਹੈ ਪੱਤਾ ਲਪੇਟ ਸੁੰਡੀ, ਇਹ ਹੁਣੇ ਹੀ ਸ਼ੁਰੂ ਹੋਈ ਹੈ, ਥੋੜ੍ਹੀ ਥੋੜ੍ਹੀ ਕਿਤੇ ਕਿਤੇ ਹੈਗੀ ਆ। ਵੈਸੇ ਘਬਰਾਉਣ ਦੀ ਲੋੜ ਨਹੀਂ, ਪਹਿਲਾਂ ਹੀ ਡਾਕਟਰ ਸਾਹਿਬ ਨੇ ਦੱਸਿਆ। ਫਿਰ ਵੀ ਆਪਾਂ ਜੇ ਵੱਧਦੀ ਹੈ ਤਾਂ ਇਹਦਾ ਇਲਾਜ ਪੁੱਛਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਉਹ ਜਿਵੇਂ ਕਿ ਹੁਣ ਆਪਾਂ ਖੇਤ 'ਚ ਹੀ ਖੜੇ ਆ,
ਆਪਾਂ ਥੋੜੀ ਦਿਨ ਪਹਿਲਾਂ ਜਿਹੜੀ ਗੱਲ ਕੀਤੀ ਸੀ ਅਸੀਂ ਪ੍ਰੈਕਟੀਕਲੀ ਉਹਨਾਂ ਨੂੰ ਦਿਖਾਇਆ ਵੀ ਹੈ ਵੀ ਇਹ ਜਿਹੜੇ ਖੇਤ ਦੇ ਵਿੱਚ ਕਿਤੇ ਕਿਤੇ ਉਹ ਜਿਹੜਾ ਹਮਲਾ ਹੈਗਾ ਉਹ ਹੈਗਾ, ਪਰ ਇਹ ਜਿਹੜਾ ਹਮਲਾ ਹੈ ਅਸੀਂ ਕੀ ਕਹਿੰਦੇ ਆ ਆਰਥਿਕ ਅਗਾਰ ਹੁੰਦੀ ਹੈ ਜਿੱਥੇ ਮਤਲਬ ਉਸ ਤੋਂ ਉੱਪਰ ਨੁਕਸਾਨ, ਹਾਂਜੀ ਨੁਕਸਾਨ ਜਿਹੜਾ ਹੈ ਉਸ ਤੋਂ ਬਾਅਦ 'ਚ ਜਿਹੜਾ ਉਹ ਸ਼ੁਰੂ ਹੋ ਜਾਂਦਾ। ਸੋ ਇੱਥੇ ਇਹ ਆ ਵੀ ਅਸੀਂ 10% ਕਹਿੰਦੇ ਆ ਪੱਤਾ ਲਪੇਟ ਸੁੰਡੀ ਲਈ, ਜੇ ਜਿਹੜਾ 10% ਜੇ ਝੋਨੇ ਦੇ ਉੱਤੇ ਆਉਂਦਾ ਤਾਂ ਉੱਥੇ ਜਿਹੜੀ ਹੈਗੀ ਹੈ ਉਹ ਅਸੀਂ ਫਿਰ ਸਪਰੇਅ ਜਿਹੜੀ ਹੈ ਉਹ ਕਰਨੀ ਆ। ਉਹਦੇ ਲਈ ਬੜਾ ਹੀ ਸੌਖਾ ਤਰੀਕਾ ਆ ਵੀ ਅਸੀਂ 3-4 ਦਵਾਈਆਂ ਜਿਹੜੀਆਂ ਉਹ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ, ਉਹਦੇ ਵਿੱਚੋਂ ਜਿਵੇਂ ਕਿ ਫੇਮ ਹੋ ਗਈ, ਉਹਦੀ ਮਾਤਰਾ 20 ਮਿਲੀਲੀਟਰ ਆ, ਸਿਰਫ 20 ਮਿਲੀਲੀਟਰ ਹੈ। ਇਸੇ ਤਰ੍ਹਾਂ ਜਿਹੜੀ ਮੋਰਟਾਰ ਹੈ ਉਹ 170 ਗ੍ਰਾਮ ਪੈਂਦੀ ਹੈ। ਇਸੇ ਤਰ੍ਹਾਂ ਜੇ ਕੋਰਾਜਨ ਦੀ ਗੱਲ ਕਰੀਏ ਉਹ 60 ਮਿਲੀਲੀਟਰ ਪੈਂਦੀ ਹੈ, ਅਤੇ ਨਾਲ ਦੀ ਨਾਲ ਜਿਹੜੀ ਕਲੋਰਪੈਰੀਫੋਸ ਹੈਗੀ ਆ ਉਹ 1 ਲੀਟਰ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਪੈਂਦੀ ਆ, ਕਿਉਂਕਿ ਜਿੱਥੇ ਆਪਾਂ ਕੀੜਿਆਂ ਦੀ ਗੱਲ ਕਰਾਂਗੇ ਉੱਥੇ ਪਾਣੀ ਜਿਹੜਾ ਉਹ 100 ਲੀਟਰ ਲੱਗਦਾ 1 ਕਿੱਲੇ ਪਿੱਛੇ, ਅਤੇ ਜਿਹੜੀ ਉੱਲੀ ਦੀ ਗੱਲ ਕਰਾਂਗੇ ਉੱਥੇ 200 ਲੀਟਰ ਪਾਣੀ ਲੱਗਦਾ। ਬਈ ਇਹ ਬਹੁਤ ਧਿਆਨ ਦੇਣ ਯੋਗ ਗੱਲ ਆ ਵੀ ਅਸੀਂ ਜਦੋਂ ਕੀੜੇ ਦੇ ਮਾਰ ਜਿਹੜੀ ਦਵਾਈਆਂ ਉਹਦੀ ਸਪਰੇਅ ਕਰਨੀ ਆ ਉੱਥੇ 100 ਲੀਟਰ ਪਾਣੀ ਜਿਹੜਾ ਉਹ ਅਸੀਂ ਵਰਤਣਾ, ਉਹਦੇ ਹਿਸਾਬ ਨਾਲ ਇਹ ਜਿਹੜੀ ਮਿਕਦਾਰ ਦਾ ਮਾਤਰਾ ਉਹ ਦੱਸੀ ਹੋਈ ਹੈ। ਇੱਕ ਤੁਹਾਨੂੰ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਸਵਾਲ, ਕਿਉਂਕਿ ਸਾਡੇ ਕਿਸਾਨ ਵੀਰ ਕੀ ਕਰਦੇ ਆ, ਬਿਮਾਰੀ ਵੀ ਆ ਖੇਤ ਦੇ ਵਿੱਚ ਤੇ ਕੀੜਾ ਵੀ ਆ, ਕੀ ਦਵਾਈ ਅਸੀਂ ਉਹ ਮਿਕਸ ਕਰਕੇ ਕਰ ਸਕਦੇ ਆ? ਅਸੀਂ ਜਿਹੜੀ ਯੂਨੀਵਰਸਿਟੀ ਆ ਉਹ ਬਿਲਕੁਲ ਸਿਫਾਰਿਸ਼ ਨਹੀਂ ਕਰਦੀ ਵੀ ਅਸੀਂ ਜਿਹੜਾ ਹੈਗਾ ਉਹਨੂੰ ਮਿਸ਼ਰਣ ਕਰੀਏ। ਉਹਦਾ ਕਾਰਨ ਮੈਂ ਹੁਣੇ ਦੱਸ ਕੇ ਹਟਿਆ, ਪਹਿਲਾਂ ਹੀ ਦੱਸਿਆ ਵੀ ਜਦੋਂ ਅਸੀਂ ਕੀੜੇ ਦੀ ਗੱਲ ਕਰਦੇ ਆ ਉੱਥੇ ਪਾਣੀ ਦੀ ਮਾਤਰਾ 100 ਲੀਟਰ ਆ, ਜਿੱਥੇ ਉੱਲੀ ਨਾਸ਼ਕ ਆ ਉੱਥੇ 200 ਲੀਟਰ ਆ। ਜਿਹੜੀ ਆਪਾਂ ਜਦੋਂ ਅਸੀਂ ਸਪਰੇਅ ਕਰਨੀ ਆ ਤੇ ਅਸੀਂ ਜਿਹੜੇ ਜਨਰਲੀ ਕਿਸਾਨ ਵੀਰ ਮੇਰੇ ਨਾਲ ਸਹਿਮਤ ਹੋਣਗੇ ਵੀ 4 ਤੋਂ 5 ਢੋਲੀਆਂ ਲਾਉਂਦੇ, ਉਸ ਤੋਂ ਜ਼ਿਆਦਾ ਨਹੀਂ ਲਾਉਂਦੇ। ਉਹ ਜਿਹੜੀ ਡੋਜ਼ ਆ ਇੱਕ ਉੱਪਰ ਹੋ ਜਾਂਦੀ ਆ, ਮਤਲਬ ਉਹਦੀ ਮਾਤਰਾ ਇੱਕ ਥੱਲੇ ਹੋ ਜਾਂਦੀ ਆ। ਉਹਦੇ ਨਾਲ ਹੋਣਾ ਕੀ ਆ ਵੀ ਜਿਹੜੀ ਬਿਮਾਰੀ ਲਈ ਸਪੋਜ਼ ਕਰੋ ਅਸੀਂ ਪਾਈ ਆ ਉਹਦੀ ਡੋਜ਼ ਵੱਧ ਗਈ, ਉਹ ਬਿਮਾਰੀ ਅਗਲੀ ਵਾਰੀ ਤੁਹਾਡੇ ਖੇਤ ਦੇ ਵਿੱਚ ਵੱਧ ਚੜ ਕੇ ਆਊਗੀ। ਤੇ ਜਿਹੜਾ ਇਹ ਚੀਜ਼ ਜਿਹੜੀ ਹੈ ਜ਼ਰੂਰ ਧਿਆਨ 'ਚ ਦਿਓ ਵੀ ਜਿਹੜਾ ਮਿਸ਼ਰਣ ਆ ਉਹ ਤੋਂ ਤੁਸੀਂ ਯਾਨੀ ਕਿ ਆਪਾਂ ਬਚਣਾ ਵੀ ਅਸੀਂ ਜਿਹੜਾ ਮਿਕਸਚਰ ਹੈਗਾ ਉਹ ਨਹੀਂ ਬਣਾਉਣੇ। ਬਿਲਕੁਲ, ਦੇਖੋ ਕਿਸਾਨ ਵੀਰੋ ਗੱਲ ਇਹ ਆ ਵੀ ਜਿਹੜੀ ਮਰਜ਼ ਆ ਸਾਡੇ ਖੇਤ ਦੇ ਵਿੱਚ ਅਸੀਂ ਦਵਾਈ ਉਹਦੀ ਹੀ ਪਾਉਣੀ ਆ, ਮਿਕਸ ਕਰਕੇ ਕਦੇ ਨਹੀਂ ਕਰਨੀ। ਨਾਲੇ ਇਹ ਨਹੀਂ ਅਸੀਂ ਧਿਆਨ ਦੇ ਵਿੱਚ ਰੱਖਣਾ ਕਿ ਅੱਜ ਆਪਾਂ ਸਪਰੇਅ ਕਰਦੇ ਯਾਰ ਮੂਹਰੇ ਤੇਲਾ ਆਊਗਾ ਹੀ ਨਹੀਂ, ਇੱਦਾਂ ਕਦੇ ਨਹੀਂ ਕਰਨਾ। ਐਡਵਾਂਸ ਸਪਰੇਅ ਕੋਈ ਨਹੀਂ ਕਰਨੀ। ਮੈਨੂੰ ਇੱਦਾਂ ਲੱਗਦਾ ਵੀ ਜਿਸ ਹਿਸਾਬ ਨਾਲ ਮੌਸਮ ਠੀਕ ਚੱਲ ਰਿਹਾ ਇਸ ਵੇਲੇ ਵੀ ਮੈਨੂੰ ਲੱਗਦਾ ਕੋਈ ਦਵਾਈ ਸਪਰੇਅ ਕਰਨ ਦੀ ਲੋੜ ਨਹੀਂ ਸਾਨੂੰ ਪੈਣੀ। ਸੋ ਧਿਆਨ ਰੱਖੋ, ਖੇਤਾਂ ਦੇ ਵਿੱਚ ਗਾਹੇ ਬਗਾਹੇ ਜਾਂਦੇ ਰਹੋ, ਰੋਜ਼ ਖੇਤ ਦੇ ਵਿੱਚ ਗੇੜਾ ਮਾਰੋ ਆਲੇ ਦੁਆਲੇ। ਇਹ ਨਹੀਂ ਹੈਗਾ ਵੀ ਤੁਸੀਂ ਵੱਟ ਦੇ ਉੱਤੋਂ ਦੀ ਤੁਰ ਕੇ ਘਰ ਆ ਜਾਓ, ਨਹੀਂ, ਥੋੜ੍ਹਾ ਜਿਹਾ ਜਿੱਥੇ ਕਿਸਾਨ ਹੈਗੀ ਦਰਖਤ ਨੇ ਉੱਥੇ ਵੀ ਦੇਖੋ, ਥੋੜ੍ਹਾ ਜਿਹਾ ਅੰਦਰ ਜਾ ਕੇ ਦੇਖੋ ਖੇਤ ਦੇ ਵਿੱਚ। ਇੱਕ ਇਸ ਵੇਲੇ ਨਾ ਪਾਣੀ ਜ਼ਰੂਰ ਸੁਕਾ ਕੇ ਲਾਉਣ ਦੀ ਲੋੜ ਆ ਡਾਕਟਰ ਸਾਹਿਬ, ਠੀਕ ਹੈ ਨਾ। ਦੇਖੋ ਸਭ ਤੋਂ ਵੱਧ ਬਿਮਾਰੀਆਂ ਤੇ ਕੀੜੇ ਇਸੇ ਕਾਰਨ ਹੀ ਆਉਂਦੇ ਆ, ਸਲਾਬੇ ਨਾਲ ਆਉਂਦੇ ਆ। ਸੋ ਇਸ ਵੇਲੇ ਜਿਹੜੀ ਝੋਨੇ ਦੀ ਸਥਿਤੀ ਆ ਨਾ, ਸਾਨੂੰ ਪਾਣੀ ਆ ਜਿਹੜਾ ਬਿਲਕੁਲ ਰੋਕ ਕੇ ਲਾਉਣਾ ਚਾਹੀਦਾ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਤੋਂ ਫਿਰ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਹਾਂਜੀ, ਹੋਰ ਸਵਾਲ ਕੌਣ ਕਰੂਗਾ? ਆ ਜਾਓ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ, ਮੇਰਾ ਨਾਮ ਸੁਰਜੀਤ ਸਿੰਘ ਆ ਹਾਂਜੀ ਤੇ ਪਿਤਾ ਦਾ ਨਾਮ ਸਾਨੂੰ ਆਪਣਾ ਅਜੈਬ ਸਿੰਘ ਆ ਜੀ। ਜਿੱਦਾਂ ਸਾਡਾ 21 ਆ ਜੋ ਯੂਨੀਵਰਸਿਟੀ ਦਾ ਵੀ ਆ PR PR 121, ਹੁਣ ਉਹਦੇ ਤੇ ਜਿੱਦਾਂ ਜਿੱਥੇ ਜਿੱਥੇ ਲਾਗੇ ਦਰਖਤ ਜ਼ਿਆਦੇ ਆ ਉੱਥੇ ਜਿੱਦਾਂ ਪੀਲੇ ਪੱਤੇ ਹੋਣ ਲੱਗ ਪਏ ਤੇ ਨਾਲੀ ਆ ਜਿਹੜੀ ਉਹ ਕਮਜ਼ੋਰ ਹੋਣ ਲੱਗ ਪਈ ਆ। ਉਹ ਸੀਤ ਬਲਾਈਟ ਜਿੱਥੇ ਛਾਂ ਆ, ਓਕੇ, ਹਾਂਜੀ ਠੀਕ ਹੈ। ਤੇ ਉਹਦੇ ਵਾਸਤੇ ਪਲੀਜ਼ ਸਾਨੂੰ ਦੱਸੋ ਬਈ ਕਾਫੀ ਆ ਜਿੱਦਾਂ ਉਹ ਧੂੜੀਆਂ ਪੈ ਗਈਆਂ ਖੱਤਿਆਂ ਦੇ ਵਿੱਚ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿੱਥੇ ਕਿਤੇ ਦਰਖਤ ਦੇ ਥੱਲੇ ਆ ਨਾ ਫਸਲ, ਉੱਥੇ ਤਕਰੀਬਨ ਫਸਲ ਕਮਜ਼ੋਰ ਰਹਿ ਜਾਂਦੀ ਆ। ਭਾਵੇਂ ਕੋਈ ਫਸਲ ਆ ਉੱਥੇ, ਕੱਲਾ ਝੋਨਾ ਨਹੀਂ, ਕੱਲਾ PR 121 ਨਹੀਂ, ਜਿਹੜੀ ਵੀ ਵੈਰਾਈਟੀ ਕੋਈ ਵੀ ਫਸਲ ਬੀਜੋਗੇ, ਕਿਉਂਕਿ ਉੱਥੇ ਛਾਂ ਪੈਣੀ ਆ, ਪੂਰੀ ਖੁਰਾਕ ਨਹੀਂ ਬਣਨੀ ਪੱਤਿਆਂ ਦੇ ਵਿੱਚ, ਤਣੇ ਨੂੰ ਖੁਰਾਕ ਨਹੀਂ, ਜੜ੍ਹਾਂ ਨੂੰ ਖੁਰਾਕ ਨਹੀਂ ਮਿਲਦੀ ਪ੍ਰੋਪਰ, ਤਾਂ ਉਹ ਜਿਹੜਾ ਆ ਤਾਂ ਫਿਰ ਕਮਜ਼ੋਰ ਰਹਿ ਜਾਂਦਾ ਉੱਥੋਂ ਬੂਟਾ। ਧੂੜੀਆਂ 'ਚ ਬਿਮਾਰੀ ਸ਼ੁਰੂ ਹੋ ਗਈ। ਬਿਲਕੁਲ ਉਹੀ ਆਪਾਂ ਗੱਲਬਾਤ ਡਾਕਟਰ ਰੀਤੂ ਜੀ ਤੋਂ ਪੁੱਛਦੇ ਹਾਂ। PR 121 ਜਿਵੇਂ ਕਿ ਤੁਸੀਂ ਸਵਾਲ ਪੁੱਛਿਆ, ਵੈਸੇ ਇਹ ਕਾਫੀ ਹੱਦ ਤੱਕ ਡਾਕਟਰ ਸਾਹਿਬ ਨੇ ਦੱਸ ਵੀ ਦਿੱਤਾ, ਕਿਉਂਕਿ ਜਿੱਥੇ ਛਾਵਾਂ ਰਹਿੰਦਾ ਨਾ ਉੱਥੇ ਤੁਸੀਂ ਦੇਖੋ ਆਪ ਹੀ ਨਮੀ ਜ਼ਿਆਦਾ ਹੋਏਗੀ, ਤੇ ਇਸ ਥਾਂ ਦੇ ਉੱਤੇ ਸ਼ੀਥ ਬਲਾਈਟ ਦਾ ਜਿਹੜਾ ਹਮਲਾ ਹੁੰਦਾ ਉਸ ਕਰਕੇ ਵੀ ਬੂਟਾ ਜਿਹੜਾ ਇਸ ਤਰ੍ਹਾਂ ਦੇ ਲੱਛਣ ਦਿੰਦਾ। ਤੁਸੀਂ ਉਹਨੂੰ ਥੱਲੇ ਜਿਹੜਾ ਆਪਣਾ ਬੂਟੇ ਨੂੰ ਚੰਗੀ ਤਰ੍ਹਾਂ ਦੇਖਿਓ ਵੀ ਜੇ ਕਿਤੇ ਬਿਮਾਰੀ ਜਿਹੜੀ ਥੱਲੇ ਆਉਂਦੀ ਹੈ ਉਹਦੇ ਵਿੱਚ ਤੁਹਾਨੂੰ ਚਿਤਕਬਰੇ ਜਿਹੜੇ ਥੱਲੇ ਧੱਬੇ ਨਜ਼ਰ ਆਉਂਦੇ ਨੇ, ਤੇ ਉਹਦੇ ਲਈ ਤੁਸੀਂ ਸ਼ੀਥ ਬਲਾਈਟ ਦੀ ਜਿਹੜੀ ਉਹ ਸਪਰੇਅ ਕਰੋ। ਤਾਂ ਇਹਦੇ ਲਈ ਪਾਣੀ ਦੀ ਮਾਤਰਾ ਪੂਰੀ ਪ੍ਰੋਪਰ ਰੱਖੋ ਤਾਂ ਜੋ ਚੰਗੀ ਤਰ੍ਹਾਂ ਤੁਹਾਡਾ ਬੂਟਾ ਨਲਾਇਆ ਜਾਵੇ। ਬਾਕੀ ਜਿਹੜਾ ਸ਼ੌਰਾ ਰਹਿੰਦਾ, ਜਿਹੜਾ ਛਾਂ ਰਹਿੰਦਾ, ਉਹਦੇ ਲਈ ਤਾਂ ਦੇਖੋ ਜੀ ਇਹ ਚੀਜ਼ ਨਹੀਂ ਕਰ ਸਕਦੇ ਕਿਉਂਕਿ ਆਪਣੀ ਥਾਂ ਇਦਾਂ ਦੀ ਹੈ। ਹਾਂਜੀ, ਤੁਹਾਡਾ ਨਾਮ ਦੱਸ ਦਿਓ। ਮੇਰਾ ਨਾਮ ਕੁਲਦੀਪ ਸਿੰਘ, ਸਰਦਾਰ ਅਵਤਾਰ ਸਿੰਘ ਦੇ ਲੜਕੇ ਆ ਜੀ। ਜੀ। ਮੈਂ ਕੋਈ ਖੇਤੀ 50-60 ਖੇਤੀ ਕਰਦਾ ਆ। ਹਾਂਜੀ। ਮੈਂ ਜ਼ਿਆਦਾ
PR 121 ਲਾਈ ਆ ਜੀ, ਜੀ ਕਿਉਂਕਿ ਜਿਹੜਾ ਗੇਤਾ ਆ ਉਹਨੂੰ ਤਾਂ ਕੋਈ ਖਾਸ ਨਹੀਂ ਬਿਮਾਰੀ, ਹਾਂ ਜਿਹੜਾ ਪਛੇਤਾ ਝੋਨਾ ਆ ਉਹਨੂੰ ਗੋਭ ਦੀ ਤਾਂ ਪੱਤਾ ਲਪੇਟਦੀ ਵੀ ਬਹੁਤ ਜ਼ਿਆਦਾ ਆ। ਬਹੁਤ ਜ਼ਿਆਦਾ ਹਾਂ, ਕਿਉਂਕਿ ਦਿਨ ਹੈਗੇ ਸਲਾਬੇ ਮੌਸਮ ਵਿੱਚ ਸੈੱਲ ਜ਼ਿਆਦਾ ਆ, ਹਾਂ। ਉਹਦੇ ਕਰਕੇ ਉਹਲੇ ਪਛੇਤੀ ਲਈ ਦੇਖੋ, ਦੱਸੋ ਜਿੱਦਾਂ। ਕੁਲਦੀਪ ਸਿੰਘ ਜੀ ਗੱਲ ਇਹ ਆ ਵੀ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਆ। ਜੇ ਜ਼ਿਆਦਾ ਵੀ ਆ ਆਪਾਂ ਉਹਨੂੰ ਕੰਟਰੋਲ ਕਰ ਲਾਂਗੇ, ਸਮਾਂ ਰਹਿੰਦੇ ਜੇ ਆਪਾਂ ਦੇਖ ਲਿਆ ਆਪਾਂ ਖੇਤ ਦੇ ਵਿੱਚ ਉਹਨੂੰ ਕੰਟਰੋਲ ਵੀ ਕਰ ਲਾਂਗੇ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸੋ ਇਹਦੇ ਵਿੱਚ ਇਹੀ ਹੈ, ਜਿਵੇਂ ਮੈਂ ਪਹਿਲਾਂ ਗੁਜ਼ਾਰਿਸ਼ ਕੀਤੀ ਸੀਗੀ ਬਈ ਜਿਹੜੀਆਂ ਦਵਾਈਆਂ ਅਸੀਂ ਪੱਤਾ ਲਪੇਟ ਲਈ ਮੈਂ ਦੱਸੀਆਂ ਨੇ ਤੁਹਾਨੂੰ, ਉਹੀ ਦਵਾਈਆਂ ਦੇਖੋ ਇਹ ਇੰਨੀ ਵਧੀਆ ਗੱਲ ਆ ਵੀ ਉਹੀ ਦਵਾਈਆਂ ਗੋਭ ਦੀ ਸੁੰਡੀ ਨੂੰ ਵੀ ਕੰਟਰੋਲ ਕਰ ਲੈਂਦੀਆਂ। ਸੋ ਇੱਕ ਵਾਰੀ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਲਈ ਜੇ ਤੁਹਾਡੇ ਇਕਨੋਮਿਕ ਯਾਨੀ ਕਿ ਆਰਥਿਕ ਅਗਾਰ ਤੋਂ ਜਿੱਥੇ ਵੀ ਹਮਲਾ ਜਿਹੜਾ ਨੁਕਸਾਨ ਕਰ ਸਕਦਾ ਹੈ, ਉਹਦੇ ਲਈ ਤੁਸੀਂ ਫੇਮ ਲੈ ਲਓ 20 ਮਿਲੀਲੀਟਰ ਪ੍ਰਤੀ 100 ਲੀਟਰ ਪਾਣੀ 'ਚ, ਜਾਂ ਫਿਰ ਤੁਸੀਂ ਮੋਰਟਾਰ 170 ਗ੍ਰਾਮ ਵੀ ਆਪਾਂ ਵਰਤ ਸਕਦੇ ਹਾਂ। ਇਸ ਤੋਂ ਇਲਾਵਾ ਕੋਰਾਜਨ 60 ਮਿਲੀਲੀਟਰ ਵਰਤ ਸਕਦੇ ਹਾਂ, ਜਾਂ ਫਿਰ ਜਿਹੜੀ ਇਹ 1 ਲੀਟਰ ਕਲੋਰਪੈਰੀਫੋਸ ਹੈਗੀ ਆ ਉਹਨੂੰ ਵੀ ਜਿਹੜਾ ਹੈਗਾ ਉਹ ਅਸੀਂ ਵਰਤ ਸਕਦੇ ਹਾਂ। ਪਰ ਇਹ ਜਿਹੜੀਆਂ ਪਹਿਲੀਆਂ ਮੈਂ ਦਵਾਈਆਂ ਦੱਸੀਆਂ ਉਹਨਾਂ ਦੀ ਮਾਤਰਾ ਘੱਟ ਆ ਅਤੇ ਉਹ ਜ਼ਿਆਦਾ ਇਫੈਕਟਿਵ ਵੀ ਆ। ਉਹਨਾਂ 'ਚੋਂ ਅਸੀਂ ਕੋਈ ਇੱਕ ਜਿਹੜੀ ਹੈਗੀ ਆ ਉਹ ਅਸੀਂ ਵਰਤ ਸਕਦੇ ਹਾਂ। ਔਰ ਇਹਦਾ ਤਰੀਕਾ ਫਿਰ ਉਹੀ ਹੈਗਾ ਕਰਨ ਦਾ ਬਈ ਜਿਹੜਾ ਗਨ ਹੈਗੀ ਉਹ ਤੋਂ ਗੁਰੇਜ਼ ਕਰੋ, ਜਿਹੜੀ ਹੋਲੋਕੋਨ ਹੈ ਜਿਹੜੀ ਨੋਜ਼ਲ ਹੁੰਦੀ ਆ ਉਹਨੂੰ ਵਰਤ ਕੇ ਅਸੀਂ ਜਿਹੜੀ ਹੈਗੀ ਹੈ ਸਪਰੇਅ ਕਰਨੀ। ਕਿਉਂਕਿ ਜਿਹੜੀ ਸਪਰੇਅ ਦਾ ਕਾਰਨ ਮੈਂ ਤਾਂ ਵਾਰ-ਵਾਰ ਇਹ ਗੱਲ ਕਰ ਰਿਹਾ, ਜਦੋਂ ਅਸੀਂ ਗਨ ਨਾਲ ਕਰਦੇ ਹਾਂ ਤੇ ਗਨ ਦਾ ਜਿਹੜਾ ਹੈਗਾ ਨਾ ਮੂੰਹ ਬਿਲਕੁਲ ਸਿੱਧਾ ਰਹਿੰਦਾ, ਜਿਵੇਂ ਮਾਈਕ ਹੈ ਨਾ, ਜਿਵੇਂ ਡਾਕਟਰ ਸਾਹਿਬ ਨੇ ਫੜਿਆ ਇਦਾਂ ਹੀ ਇਹਦਾ ਮੂੰਹ ਰਹਿੰਦਾ। ਔਰ ਜੇ ਅਸੀਂ ਥੱਲੇ ਨੂੰ ਕਰਾਂਗੇ ਸਾਡਾ ਹੱਥ ਜਿਹੜਾ ਉਹ ਯਾਨੀ ਕੰਪੈਟੀਬਲ ਨਹੀਂ ਹੁੰਦਾ। ਸੋ ਉੱਥੇ ਕੀ ਹੈ ਬਈ ਉਹਦੇ ਨਾਲ ਜਿਹੜੀ ਤੁਹਾਡੀ ਅੱਧੀ ਦਵਾਈ ਹੈ ਉਹ ਹਵਾ ਦੇ ਵਿੱਚ ਹੀ ਜਿਹੜੀ ਉਹ ਸੁੱਕ ਜਾਂਦੀ ਆ। ਸੋ ਉਹਦੇ ਨਾਲ ਆਪਣਾ ਜਿਹੜਾ ਹੈਗਾ ਉਹ ਨੁਕਸਾਨ ਵੀ ਹੁੰਦਾ ਤੇ ਕੀੜਾ। ਗੱਲ ਤੁਹਾਡੀ ਠੀਕ ਹੈ ਕਿ ਆਪਾਂ ਜਿਹੜੀ ਗਨ ਦੇ ਨਾਲ ਸਪਰੇਅ ਨਹੀਂ ਕਰਨੀ, ਬਲਕਿ ਅਸੀਂ ਹੋਲੋਕੋਨ ਨੋਜ਼ਲ ਆ ਜਿਹੜੀ ਸਪਰੇਅ ਪੂਰਾ ਗੋਲ ਫੁਆਰਾ ਥੱਲੇ ਨੂੰ ਪਾਉਂਦੀ ਆ, ਬੂਟਿਆਂ ਦੇ ਉੱਤੇ ਪਾਉਂਦੀ ਆ, ਹਰ ਸਪਰੇਅ ਲਈ ਉਹੀ ਅਸੀਂ ਵਰਤਣਾ ਸਿਵਾਏ ਨਦੀਨਨਾਸ਼ਕ ਵਰਤਣ ਤੇ। ਕਿਉਂਕਿ ਨਦੀਨਨਾਸ਼ਕ ਦੇ ਉੱਤੇ ਅਸੀਂ ਜਿਹੜੀ ਆ ਕੱਟ ਵਾਲੀ ਨੋਜ਼ਲ ਵਰਤਦੇ ਹਾਂ ਤੇ ਇੱਥੇ ਅਸੀਂ ਗੋਲ ਫੁਆਰੇ ਵਾਲੀ ਨੋਜ਼ਲ ਵਰਤਦੇ ਹਾਂ ਕੀੜਿਆਂ ਤੇ ਬਿਮਾਰੀਆਂ ਦੇ ਲਈ। ਸੋ ਹਾਂਜੀ, ਹੋਰ ਸਵਾਲ ਕੋਈ? ਬਲਵਿੰਦਰ ਸਿੰਘ ਜੀ ਬੰਡਾਲੇ ਤੋਂ। ਦੇਖੋ ਜੀ, ਬਲਵਿੰਦਰ ਸਿੰਘ ਜੀ ਸਾਡੇ ਬਲਾਕ ਦੀ ਆਤਮਾ ਸਕੀਮ ਦੇ ਇੰਚਾਰਜ ਵੀ ਨੇ, ਇਹ ਚੇਅਰਮੈਨ ਨੇ ਸਾਡੇ। ਸੋ ਇਹਨਾਂ ਤੋਂ ਆਪਾਂ ਇਹ ਬੰਡਾਲੇ ਪਿੰਡ ਦੇ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ, ਇਹੋ ਜਿਹੇ ਪ੍ਰੋਗਰਾਮ ਮੈਂ ਤਾਂ ਚਾਹੁੰਦਾ ਵੀ ਹੁੰਦੇ ਰਹਿਣ, ਜਿਹੜੇ ਕਿਸਾਨ ਵੀ ਆਪਣੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਹੱਲ, ਹਾਂਜੀ, ਇਹ ਤਾਂ ਹੁਣ ਸਾਹਮਣੇ ਸਭ ਕੁਝ ਦਿਖਾਈ ਵੀ ਦੇ ਰਿਹਾ ਆ। ਤੇ ਬਾਕੀ ਤੁਸੀਂ ਵੀ ਵਧੀਆ ਵੀ ਨੇੜੇ ਜਿਹੜੇ ਸਾਨੂੰ ਐਨ ਮੌਕੇ 'ਤੇ ਜਿਹੜੀਆਂ ਸਮੱਸਿਆਵਾਂ ਉਹਨਾਂ ਬਾਰੇ ਦੱਸ ਦਿੰਦੇ ਆ। ਤੇ ਕਈ ਵਾਰੀ ਕਿਸਾਨ ਸੋਚਦਾ ਇੱਦਾਂ ਹੀ ਕਿਸੇ ਉਹ ਆੜ੍ਹਤੀਏ ਕੋਲ ਚੱਲ ਜਾਂਦਾ, ਉੱਥੋਂ ਸਮਾਨ ਲੈਂਦਾ, ਉਹਨੂੰ ਆਪੋ ਉੱਦਾਂ ਦੀ ਦਵਾਈ ਦੇ ਕੇ ਤੇ ਉਹਦਾ ਫਾਇਦਾ ਤਾਂ ਕੀ ਹੋਣਾ, ਨੁਕਸਾਨ ਹੁੰਦਾ ਆ ਪਰ ਬਾਅਦ ਵਿੱਚ ਪਤਾ ਲੱਗਦਾ। ਸੋ ਕਿਸਾਨ ਵੀਰੋ, ਇਹੋ ਜਿਹੇ ਖੇਤ ਸਕੂਲ ਜਿਹੜੇ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੇ ਮਾਹਰ ਰਲ ਕੇ ਖੇਤਾਂ ਦੇ ਵਿੱਚ ਲਗਾਉਂਦੇ ਆ, ਉਮੀਦ ਕਰਦਾ ਇਹ ਖੇਤ ਸਕੂਲ ਆ ਜਿਹੜੇ ਕਿਸਾਨ ਵੀਰਾਂ ਦੇ ਲਈ ਕਾਫੀ ਫਾਇਦੇਮੰਦ ਸਿੱਧ ਹੋਣਗੇ। ਕਿਉਂਕਿ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਬਿਲਕੁਲ ਪ੍ਰਤੱਖ ਬਿਮਾਰੀ ਬਾਰੇ ਤੇ ਕੀੜਿਆਂ ਬਾਰੇ ਜਾਣਕਾਰੀ ਹਰ ਫਸਲ ਸੰਬੰਧੀ ਦਿੱਤੀ ਜਾਂਦੀ ਆ। ਸੋ ਉਮੀਦ ਕਰਦਾ ਕਿ ਇਹੋ ਜਿਹੇ ਸਕੂਲ ਆ ਜਿਹੜੇ ਕਿਸਾਨ ਵੀਰਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੋਣਗੇ। ਮੈਂ ਇੱਥੇ ਖੇਤ ਸਕੂਲ ਦੇ ਵਿੱਚ ਆਉਣ ਤੇ ਸਾਰੇ ਮਾਹਰਾਂ ਦਾ, ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਹੀ ਸਾਡੇ ਕਿਸਾਨ ਵੀਰ ਜਿਹੜੇ ਇਸ ਪਿੰਡ ਦੇ ਇਸ ਖੇਤ ਸਕੂਲ ਦੇ ਵਿੱਚ ਇਕੱਠੇ ਹੋਏ ਆ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡਾ ਵੀ ਕਿਸਾਨ ਵੀਰੋ ਬਹੁਤ ਬਹੁਤ ਧੰਨਵਾਦ।